वाहिगुरु साहिब जीओ। तो सुल्तान कहाँ हो मियाँ, तेरी कवन वडाई। जो तू देहे सो कहाँ स्वामी, मैं मूर्ख कहन न जाई। जो तू देहे सो कहाँ स्वामी, मैं मूर्ख कहन ना जाई। परम सन्मानियो चबर छत्र तखत दे मालक, जुग हो जुग अटल, सर्ब सांझी वालता दे रहबर, ਸਰਵਰੇ ਕਾਇਨਾਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਇਹਨਾਂ ਪਾਵਨ ਦੀਵਾਨਾਂ ਦੇ ਵਿੱਚ, ਸਾਹਿਬਾਂ ਦੀ ਪਾਵਨ ਗੋਦ ਵਿੱਚ ਸੰਸਾਰ ਦੇ ਰੁਝੇਵਿਆਂ ਤੋਂ ਬਾਅਦ ਆਪ ਅੰਮ੍ਰਿਤ ਬਾਣੀ ਸਰਵਨ ਕਰਨ ਲਈ ਜੁੜ ਬੈਠੇ ਹੋ। ਬੜੇ ਪਿਆਰ ਔਰ ਬੜੀ ਇਕਾਗਰਤਾ ਨਾਲ ਸਾਧ ਸੰਗਤ ਸਾਹਿਬਾਂ ਦੀ ਪਾਵਨ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਆਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਜਪ ਬਾਣੀ ਦੀ ਵਿਚਾਰ ਆਪ ਜੀ ਨਾ ਪਾਵਨ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਅੱਜ ਸਾਹਿਬਾਂ ਦੀ ਪਾਵਨ ਅੰਮ੍ਰਿਤ ਬਾਣੀ ਦੇ ਅੰਦਰੋਂ 19 ਨੰਬਰ ਪੌੜੀ ਜਿੰਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਦੀ ਬੇਅੰਤ ਕੁਦਰਤ ਤੇ ਉਸ ਮਾਲਕ ਦੇ ਇਸ ਬੇਅੰਤ ਪਸਾਰੇ ਦੇ ਅੰਦਰ ਜਿਹੜਾ ਮਨੁੱਖ ਸਚਿਆਰ ਬਣ ਜਾਂਦਾ ਹੈ, ਜਿਹਨੂੰ ਸਤਿਗੁਰ ਦੇ ਦਰ ਤੋਂ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੀ ਸੋਝੀ ਪ੍ਰਾਪਤ ਹੁੰਦੀ ਹੈ, ਉਹ ਮਾਲਕ ਦੇ ਕੁਦਰਤ ਤੋਂ, ਸਤਿਗੁਰ ਦੇ ਹਰ ਇੱਕ ਕਰਮ ਤੋਂ ਬਣਾਈ ਕੁਦਰਤ ਔਰ ਸੰਸਾਰਿਕ ਪਸਾਰੇ ਤੋਂ ਕਿਵੇਂ ਕੁਰਬਾਨ ਜਾਂਦਾ ਹੈ। ਆਓ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਪਿਛਲੀਆਂ 2 ਪੌੜੀਆਂ ਦੇ ਅੰਦਰ ਤੇ ਇਸ ਪੌੜੀ ਦੇ ਅੰਦਰ ਸਤਿਗੁਰ ਨੇ ਪਰਮਾਤਮਾ ਦੀ ਬੇਅੰਤ ਕੁਦਰਤ ਔਰ ਉਸ ਕੁਦਰਤ ਦੇ ਅੰਦਰ ਬੇਅੰਤ ਜੀਵ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕਰਮ ਕਰ ਰਹੇ ਨੇ। ਪਹਿਲਾਂ ਸਤਿਗੁਰ ਨੇ ਜ਼ਿਕਰ ਕੀਤਾ ਉਹਨਾਂ ਦਾ ਜਿਹੜੇ ਧਰਮ ਨਾਲ ਜੁੜੇ ਹੋਏ ਨੇ, ਧਾਰਮਿਕ ਬਿਰਤੀ ਵਾਲੇ ਲੋਕ, ਉਹ ਪਰਮਾਤਮਾ ਦਾ ਜਪ ਕਰ ਰਹੇ ਨੇ, ਤਪ ਕਰ ਰਹੇ ਨੇ। ਉਹ ਪਰਮਾਤਮਾ ਦੇ ਅੰਮ੍ਰਿਤ ਬਚਨਾਂ ਨੂੰ ਧਾਰਮਿਕ ਪੁਸਤਕਾਂ ਦੇ ਅੰਦਰੋਂ ਲਗਾਤਾਰ ਉਚਾਰਨ ਕਰ ਰਹੇ ਨੇ। ਉਹ ਰੱਬੀ ਗੁਣਾਂ ਦੇ ਨਾਲ ਕੰਟੀਨਿਊ ਇੱਕ ਰਸ ਜੁੜੇ ਹੋਏ ਨੇ। ਉਹਨਾਂ ਦੀਆਂ ਪद्धਤੀਆਂ ਵੱਖੋ ਵੱਖਰੀਆਂ ਨੇ, ਉਹਨਾਂ ਦਾ ਪੂਜਾ ਦਾ ਢੰਗ ਵੱਖੋ ਵੱਖਰਾ ਹੈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਉਹਨਾਂ ਦੀ ਗਿਣਤੀ ਅਸੰਖਾ ਹੈ। ਧਿਆਨ ਦੇਣਾ ਸਾਧ ਸੰਗਤ, ਅਸੰਖ ਸ਼ਬਦ ਇਹ ਗਿਣਤੀ ਤੋਂ ਪਰੇ ਦੀ ਗੱਲ ਹੋ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਅੰਦਰ ਕੁਝ ਥਾਵਾਂ ਤੇ ਜ਼ਿਕਰ ਜ਼ਰੂਰ ਕੀਤਾ ਹੈ ਕਿ ਇਹ ਸੰਸਾਰ ਅੰਦਰ 84 ਲੱਖ ਜੂਨਾਂ ਨੇ, ਪਰ ਉਹ ਮਨੋਤ ਸੰਸਾਰ ਦੀ ਮਨੋਤ ਹੈ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਨੋਤ ਨਹੀਂ। ਉਹ ਤੇ ਸਤਿਗੁਰ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਜੇ ਤੂੰ ਮੰਨਦਾ ਹੈ ਇਤਨੀਆਂ ਨੇ ਤੇ ਵੇਖ ਫਿਰ ਇਤਨੀਆਂ ਤੋਂ ਬਾਅਦ ਤੈਨੂੰ ਆ ਜੀਵਨ ਮਿਲਿਆ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਹੋ, ਪਾਤਸ਼ਾਹ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ,
कई जन्म गजमीन कुरंगा, कई जन्म पंखी सर्प होयो, कई जन्म हैवर बृख जोयो, मिल जगदीश मिलन की बरिया। इत्थों तक जिहड़ी पिछली मनोत सी संसार दी सी, भी लोग कहंदे सन असीं बड़े जन्म कीड़ियां दियां पतंगियां दियां जुन्नां विच लंघ के आए, पता नहीं असीं कितने जन्म पहाड़ां दी तरह एक थां ते खड़े रहे, पता नहीं असीं कितना समा रुखां दी तरह खड़े रहे। पर धन गुरु नानक पातशाह जी कहंदे ने, जे तू इस गल ते बिलीव करना है, जे तू इस गल ते विश्वास करना है, पातशाह कहंदे ने इफ यू बिलीव इट, ते सब कहंदे ने फिर एक गल चेते रख, जे तू इहदे ते विश्वास करना है ते फिर इस गल नूं अपने पल्ले बन लै भी परमात्मा ने आ जन्म तेनू सवरन वास्ते दिता है, क्योंकि रुखां दे कोलों वो सोझी नहीं, वो ते एक थां ते खड़े होए ने, पहाड़ां दे कोलों वो सोझी नहीं, होर जीव जंतुआं दे कोलों सोझी नहीं। पर धन गुरु नानक साहिब कहंदे ने, वेख रब ने इस जन्म अंदर तेनू सोझी दिती है, मिल जगदीश मिलन की बरिया। जगत दे ईश्वर, जगत दा ईश्वर कौन है? उन्होंने साहिब कहंदे ने सतनाम, जिहड़ा सदीवी है, सच है। साहिब कहंदे ने जिदन तू इस जीवन दे अंदर सच नूं समझ के सच नाल जुड़ जाएगा, धन गुरु नानक पातशाह कहंदे ने तेरा संसार दे उत्ते आना सफल हो जाएगा। तू इस संसार नूं स्वर्ग बना देगा फिर जिदन तेनू सच समझ आ गया, जिदन तेनू सच समझ आ गया ये संसार स्वर्ग बन जाएगा। अजे ते असीं पुजारी दे बनाए होए नकली स्वर्ग की कामना करने आ, जिहड़ा मरण तो बाद मिलता है। और ध्यान देना साध संगत, वो स्वर्ग अज तक किसी ने वेखिया नहीं, पर कामना साडे सारियां दे अंदर है। बड़ी कमाल की गल है, ना किसी ने वेखिया ना किसी ने वर्णन किया, पर कामना हर एक बंदे दे मन अंदर है। धन गुरु नानक पातशाह जी अज बख्शिश करते हैं, सब कहते हैं आओ रब की कुदरत बारे होर थोड़ा जिहा जाणीए। सब कहते ने असंख नाम असंख थाम। नाम शब्द इत्थे साध संगत जी बहुवचन शब्द है, क्योंकि उहदे नाल असंख शब्द आ गए। जे एक वचन रूप विच ना शब्द आएगा तो उत्थे शब्द होएगा नाउ कूड़े दे नाल। इस तरह ही थाम की जगह ते आएगा थाओ, वो एक वचन शब्द बन जाएगा, एक नाम या एक थाम। इत्थे शब्द है नाम, क्योंकि इहदे अगेतर लग गए असंख। असंख शब्द ने अपने आप विच सानू ये दस दिता भी इत्थे बहुतियां दी गल हो रही है, जो गिणती दे अंदर भी नहीं। इत्थे 2 4 या 10 दी नहीं, इत्थे ते बेअंतां दी गल हो रही है। धन गुरु नानक साहिब कहंदे ने, परमात्मा जी तेरी बनाई इस कुदरत दे अंदर बेअंत ही थां नाम ने, नाम ने। जीवां दे वक्को वखरे नाम, थावां दे वक्को वखरे नाम। जो कुछ चीज़ होंद विच आंदी है उनका एक नाम रखिया जाता है। ध्यान देना, वो नाम साडी पहचान लई हुंदा है। परमात्मा ने इतना पसारा संसार दे अंदर बनाया। अज भी बड़ियां ऐसियां चीज़ां ने जिहड़ियां निरंतर नवीं खोज विच प्रगट होंदियां, जो बंदा पैदा नहीं करता। माफ़ करना, पैदा नहीं कर रहा इंसान, सिर्फ उन्हें खोज रहा, क्योंकि पैदा करन दी ताकत इहदे कोलों नहीं है। इहदे कोलों सिर्फ खोजन दी समर्था है। रब ने इहनूं ज्ञान अकल दिती है सिर्फ खोजण दे लई। पर जदों खोज दे विच पिया होया बंदा अपनी खोज नूं ही अंतम समझ ले ते ये आखे भी नहीं मेरी खोज पूरी है, मेरी खोज अंतम है, मैं चीज़ लभ लई है, मैं चीज़ बना लई है। सतगुर कहंदे ने तू बढ़ाई नहीं है, तू एक जरिया से जिन्हें चीज़ तेरे द्वारा प्रगट हुई है, खोजी गई है। सतगुरु गुरु नानक साहिब कहंदे ने, परमात्मा दे बनाए असंख्या ही नाम ने। नाम का मतलब है नाम, अनेका नाम ने। जीवां दे वक्खो वखरे नाम, पदार्थां दे वक्खो वखरे नाम। जिहड़ी चीज़ अज नवीं होंद विच आई, पता लगी भी हाँ ये चीज़ अज मिली है, उनका एक वखरा नाम। सतगुरु गुरु नानक साहिब कहंदे ने, परमात्मा जी जिथे असंख्या नाम ने उथे असंख थाम। अनेकां असंख्या ही जिन्हां दी गिणती नहीं की जा सकती थां टिकाणे ने। कोई थावां एक थोड़ा ने। साध संगत ऐसा नहीं है भी जो असीं नज़र आसां वेख रहे हैं बस इन्ना ही संसार है। सानू आसमान दे अंदर चमकदे हुए तारे नज़र आते हैं,
ਉਹ ਤਾਰਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਬ੍ਰਹਿਮੰਡ ਹੈ। ਸਾਇੰਸ ਇਹ ਕਹਿੰਦੀ ਹੈ ਵੀ ਇੱਕ ਇੱਕ ਤਾਰਾ ਧਰਤੀ ਨਾਲੋਂ ਵੱਡਾ ਵਿਸ਼ਾਲ ਹੈ, ਜਿਹੜਾ ਸਾਨੂੰ ਇੱਕ ਬਿੰਦੂ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਉਹ ਇਸ ਧਰਤੀ ਨਾਲੋਂ ਵੀ ਵੱਡੀ ਉਹਦੀ ਹਸਤੀ ਹੈ, ਇਸ ਧਰਤੀ ਨਾਲੋਂ ਵੀ ਵੱਡੀ ਉਹ ਧਰਤੀ ਹੈ, ਪਰ ਅਜੇ ਤੱਕ ਸਾਡੀ ਉੱਥੇ ਪਹੁੰਚ ਨਹੀਂ ਹੋਈ। ਤੇ ਧਿਆਨ ਦੇਣਾ ਕਿਤਨੀ ਦੂਰ ਹੋਏਗਾ। ਹੋ ਸਕਦਾ ਜਿਹੜਾ ਤਾਰਾ ਸਾਨੂੰ ਅੱਜ ਚਮਕਦਾ ਨਜ਼ਰ ਆ ਰਿਹਾ ਹੈ, ਉਸ ਤਾਰੇ ਨੂੰ ਮਰਿਆ ਪਤਾ ਨਹੀਂ ਕਿਤਨੇ 100 ਸਾਲ ਹੋ ਗਏ ਹੋਣ, ਅਰਬਾਂ ਖਰਬਾਂ ਸਾਲ ਹੋ ਗਏ ਹੋਣ, ਪਰ ਉਹਦੀ ਰੋਸ਼ਨੀ ਅਜੇ ਵੀ ਧਰਤੀ ਦੇ ਉੱਪਰ ਆ ਰਹੀ ਹੈ। ਉਹ ਕਿਤਨੀ ਸਤਿਗੁਰ ਜੀ ਤੇਰੀ ਕੁਦਰਤ ਬੇਅੰਤ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਅਸੰਖ ਨਾਮ ਨੇ ਜੀਵਾਂ ਦੇ, ਪਦਾਰਥਾਂ ਦੇ, ਵਸਤੂਆਂ ਦੇ ਵੱਖੋ ਵੱਖਰੇ, ਤੇ ਅਸੰਖਾਂ ਹੀ ਧੰਨ ਗੁਰੂ ਨਾਨਕ ਦਾ ਪਾਤਸ਼ਾਹ ਕਹਿੰਦੇ ਨੇ ਥਾਂ ਨੇ। ਉਹਨਾਂ ਥਾਵਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਅਸੀਂ ਤੇ ਅਜੇ ਜਿੱਥੋਂ ਤੱਕ ਜਾਂਦੇ ਹਾਂ ਸਾਡਾ, ਕਿਉਂਕਿ ਮਨੁੱਖ ਜਿੰਨੀ ਕੁ ਪਹੁੰਚ ਰੱਖਦਾ ਹੈ ਉਹਨਾਂ ਕੁ ਵਰਣਨ ਕਰਦਾ ਹੈ। ਔਰ ਇਹ ਵਰਣਨ ਇਸੇ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਜਾਏ ਕਿ ਸਾਡੀ ਜਨਰੇਸ਼ਨ ਦੇ ਅੰਦਰ, ਇਹਨਾਂ ਪੀੜ੍ਹੀਆਂ ਦੇ ਅੰਦਰ, ਇਸ ਸਮੇਂ ਦੇ ਅੰਦਰ ਕਿੰਨੀ ਤੱਕ ਖੋਜ ਹੋ ਗਈ। ਅੱਗੇ ਜਾ ਕੇ ਸਤਿਗੁਰਾਂ ਦਾ ਵਰਣਨ ਕਰਨਗੇ। ਪਾਤਸ਼ਾਹ ਕਹਿੰਦੇ ਨੇ ਅਗੰਮ ਅਸੰਖ ਲੋ। ਅਗੰਮ ਦਾ ਮਤਲਬ ਹੁੰਦਾ ਜਿੱਥੇ ਤੱਕ ਪਹੁੰਚਿਆ ਨਾ ਜਾ ਸਕੇ। ਪਾਤਸ਼ਾਹ ਕਹਿੰਦੇ ਨੇ ਐਸੇ ਕਿੰਨੇ ਹੀ ਲੋ ਨੇ। ਲੋ ਦਾ ਮਤਲਬ ਹੈ ਲੋਕ, ਭਾਵ ਭਵਨ। ਐਸੀਆਂ ਕਿੰਨੀਆਂ ਹੀ ਥਾਵਾਂ ਨੇ, ਇਸ ਧਰਤੀ ਵਰਗੀਆਂ ਹੋਰ ਐਸੀਆਂ ਕਿੰਨੀਆਂ ਹੀ ਥਾਵਾਂ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਥੋਂ ਤੱਕ ਬੰਦਾ ਜੇ ਪਹੁੰਚਿਆ ਹੀ ਨਹੀਂ। ਧਿਆਨ ਦੇਣਾ ਸੀ ਤੇ ਉਹਨਾਂ ਦੀ ਮੈਂ ਪਹਿਲੋਂ ਬੇਨਤੀ ਕੀਤੀ ਹੈ, ਅਸੀਂ ਸਿਰਫ ਉਹਨਾਂ ਥਾਵਾਂ ਦਾ ਜ਼ਿਕਰ ਕਰਨੇ ਆ, ਉਹਨਾਂ ਨਾਵਾਂ ਦਾ ਜ਼ਿਕਰ ਕਰਦੇ ਆ ਜੋ ਸਾਡੀ ਨਿਗਾਹ ਵਿੱਚ ਨੇ, ਜੋ ਸਾਨੂੰ ਮਿਲੀਆਂ ਤੇ ਅਸੀਂ ਉਹਨਾਂ ਦੇ ਨਾਮ ਰੱਖ ਦਿੱਤੇ। ਪਰ ਪਾਤਸ਼ਾਹ ਕਹਿੰਦੇ ਨੇ ਬੇਅੰਤ ਐਸੀਆਂ ਥਾਵਾਂ ਨੇ ਜਿਨ੍ਹਾਂ ਤੱਕ ਅਜੇ ਬੰਦਾ ਪਹੁੰਚਿਆ ਹੀ ਨਹੀਂ। ਕਿੰਨਾ ਯਤਨ ਕੀਤਾ ਜਾ ਰਿਹਾ ਹੈ ਕਿ ਮੰਗਲ ਗ੍ਰਹਿ ਤੱਕ ਪਹੁੰਚਿਆ ਜਾਏ, ਉੱਥੇ ਪਹੁੰਚ ਹੋ ਵੀ ਗਈ। ਹੁਣ ਉੱਥੇ ਪਾਣੀ ਦੀ ਖੋਜ ਕੀਤੀ ਜਾਏ, ਉੱਥੇ ਜੀਵਨ ਦੀ ਖੋਜ ਕੀਤੀ ਜਾਏ, ਚੰਦਰਮਾ ਤੇ ਜੀਵਨ ਦੀ ਖੋਜ ਕੀਤੀ ਜਾਏ। ਕਿਤਨਾ ਯਤਨ ਕੀਤਾ ਜਾ ਰਿਹਾ ਹੈ, ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤਾਰ ਪਿਤਾ ਤੇਰੀ ਇਹ ਕੁਦਰਤ ਬੇਅੰਤ ਹੈ। ਇਸ ਧਰਤੀਆਂ ਵਰਗੀਆਂ ਪਤਾ ਨਹੀਂ ਕਿਤਨੀਆਂ ਹੋਰ ਤੂੰ ਧਰਤੀਆਂ ਪੈਦਾ ਕੀਤੀਆਂ ਨੇ। ਇਸ ਬ੍ਰਹਿਮੰਡ ਵਰਗੇ ਪਤਾ ਨਹੀਂ ਤੂੰ ਹੋਰ ਕਿਤਨੇ ਬ੍ਰਹਿਮੰਡ ਪੈਦਾ ਕੀਤੇ ਨੇ। ਤੂੰ ਤੇ ਸਤਿਗੁਰ ਜੀ ਵਿਸ਼ਾਲ ਹੈ, ਸਾਡੀ ਪਹੁੰਚ ਨਹੀਂ। ਅਗੰਮ ਦਾ ਮਤਲਬ ਹੈ ਜਿੰਦੇ ਤੱਕ ਪਹੁੰਚਿਆ ਨਾ ਜਾਏ। ਐਸੇ ਬੇਅੰਤ ਲੋਕ ਨੇ, ਬੇਅੰਤ ਭਵਨ ਨੇ, ਸਭ ਕਹਿੰਦੇ ਨੇ ਜਿਨ੍ਹਾਂ ਤੱਕ ਅਜੇ ਅਸੀਂ ਨਹੀਂ ਪਹੁੰਚੇ। ਔਰ ਸ਼ਾਇਦ ਸਾਧ ਸੰਗਤ ਜੀ ਕਦੇ ਪਹੁੰਚ ਵੀ ਨਹੀਂ ਪਾਵਾਂਗੇ, ਕਿਉਂਕਿ ਕੁਦਰਤ ਬੇਅੰਤ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਸੰਖ ਕਹੈ ਸਿਰ ਭਾਰ ਹੋਏ। ਪਰ ਇਹ ਬੰਦਿਆ ਜੇ ਤੂੰ ਇਹ ਆਖਣਾ ਹੈ ਨਾ ਕਿ ਅਸੰਖਾਂ ਨੇ, ਤੇ ਪਾਤਸ਼ਾਹ ਕਹਿੰਦੇ ਨੇ ਅਸੰਖ ਕਹਿਣ ਨਾਲ ਵੀ ਇਹ ਅਸੰਖ ਕਹਿਣ ਦਾ ਭਾਰ ਤੇਰੇ ਸਿਰ ਤੇ ਆ ਜਾਏਗਾ। ਇਹਦਾ ਮਤਲਬ ਹੈ ਸਿਰ ਭਾਰ ਹੋਏ ਦਾ ਮਤਲਬ ਹੈ ਕਿ ਜਦੋਂ ਤੂੰ ਅਸੰਖ ਬੋਲਦਾ ਹੈ ਵੀ ਪ੍ਰਮਾਤਮਾ ਜੀ ਤੇਰੀ ਕੁਦਰਤ ਵਿੱਚ ਅਸੰਖ ਚੀਜ਼ਾਂ ਨੇ, ਪਰ ਪਾਤਸ਼ਾਹ ਕਹਿੰਦੇ ਨੇ ਉਹ ਵੀ ਇੰਜ ਹੈ ਵੀ ਜਿਵੇਂ ਸਿਰ ਦੇ ਉੱਤੇ ਭਾਰ ਹੋਵੇ। ਭਾਵ ਇਹ ਅਸੰਖ ਕਹਿਣਾ ਵੀ ਦਾਤਾਰ ਪਿਤਾ ਕਹਿੰਦੇ ਨੇ ਸਾਡੀ ਭੁੱਲ ਹੈ। ਅਗੰਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ। ਕਿਉਂਕਿ ਸਤਿਗੁਰ ਜੀ ਜਿਹੜੀ ਚੀਜ਼ ਦਾ ਅੰਤ ਹੀ ਨਹੀਂ, ਉਹਦੇ ਲਈ ਗਿਣਤੀ ਦਾ ਕੋਈ ਹਿੰਸਾ ਵਰਤਣਾ ਹੀ ਮੂਰਖਤਾ ਹੈ। ਉਹਦੇ ਲਈ ਗਿਣਤੀ ਦਾ ਕੋਈ ਵੀ ਹਿੰਸਾ ਵਰਤਿਆ ਹੀ ਨਹੀਂ ਜਾ ਸਕਦਾ। ਉਹ ਤੇ ਕਾਊਂਟਲੈਸ ਹੈ, ਉਹ ਗਿਣਤੀ ਤੋਂ ਪਰੇ ਹੈ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਸੰਖ ਕਹੇ। ਜੇ ਬੰਦਿਆ ਤੂੰ ਇਹ ਆਖਣਾ ਹੈ ਵੀ ਪ੍ਰਮਾਤਮਾ ਜੀ ਤੂੰ ਅਸੰਖ, ਤੇਰੀ ਕੁਦਰਤ ਦੇ ਨਾਮ ਨੇ, ਅਸੰਖ ਥਾਵਾਂ ਨੇ, ਅਸੰਖ ਜੀਵ ਨੇ, ਅਸੰਖ ਪਦਾਰਥ ਨੇ, ਤੇ ਪਾਤਸ਼ਾਹ ਜੀ ਕਹਿੰਦੇ ਨੇ ਅਸੰਖ ਕਹਿਣ ਨਾਲ ਵੀ ਬੰਦਿਆ ਤੇਰੇ ਸਿਰ ਤੇ ਭਾਰ ਹੈ। ਭਾਵ ਇਹ ਵੀ ਤੇਰੇ ਜੀਵਨ ਦੀ ਇੱਕ ਬੜੀ ਵੱਡੀ ਭੁੱਲ ਹੈ, ਕਿਉਂਕਿ ਉਹ ਇਸ ਗਿਣਤੀ ਦੇ ਅੰਦਰ ਆਉਂਦਾ ਹੀ ਨਹੀਂ। ਕਿੰਨੇ ਬਾ ਕਮਾਲ ਦੇ ਬੱਚੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਧ ਸੰਗਤ। ਇਹਨਾਂ ਨੂੰ ਅਸੀਂ ਕਦੀ ਰਿਅਲਾਈਜ਼ ਕਰੀਏ, ਕਦੀ ਇਹਨਾਂ ਨੂੰ ਪ੍ਰੈਕਟੀਕਲ ਸੋਚਣ ਦਾ ਯਤਨ ਕਰੀਏ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਿਵੇਂ ਵਰਣਨ ਕਰਦੇ ਨੇ ਤੇ ਕਿਵੇਂ ਪ੍ਰਮਾਤਮਾ ਦੀ ਬੇਅੰਤ ਕੁਦਰਤ ਨੂੰ ਸਾਡੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਦਾ ਵਰਣਨ ਕਰਕੇ ਉਸ ਪਸਾਰੇ ਨੂੰ ਸਾਡੇ ਸਾਹਮਣੇ ਕੱਢਦੇ ਨੇ। ਕਿੰਨੀ ਕਮਾਲ ਦੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਹੈ। ਮੈਂ ਇਸੇ ਕਰਕੇ ਬੇਨਤੀ ਕਰਨਾ, ਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ ਨਾ ਸਾਧ ਸੰਗਤ, ਇੰਨਾ ਵਿਸਮਾਦ ਪੈਦਾ ਹੁੰਦਾ ਹੈ ਮਨ ਵਿੱਚ, ਇੰਨਾ ਵਿਸਮਾਦ ਪੈਦਾ ਹੁੰਦਾ ਹੈ।
ਅਸੀਂ ਤੇ ਅਜੇ ਆਪਣੇ ਸੰਸਾਰਿਕ ਰੁਝੇਵੇ ਸੁੱਖ ਦੁੱਖ ਦੀ ਪ੍ਰਵਿਰਤੀ ਤੋਂ ਬਾਹਰ ਨਹੀਂ ਨਿਕਲੇ। ਕਦੀ ਥੋੜਾ ਜਿਹਾ ਸਮਾਂ ਬੇਨਤੀ ਹੈ ਗੁਰੂ ਨੂੰ ਦੇ ਕੇ ਵੇਖੋ। ਉਸ ਸਮੇਂ ਦੇ ਅੰਦਰ ਤੁਹਾਨੂੰ ਇੰਨਾ ਕੁਝ ਮਿਲੇਗਾ ਨਾ, ਤੁਸੀਂ ਆਖੋਗੇ ਸਾਡਾ ਜੀਵਨ ਹੀ ਸਫਲਾ ਹੋ ਗਿਆ। ਆਪਾਂ ਇੰਨਾ ਸਮਾਂ ਹੋਰ ਚੀਜ਼ਾਂ ਨੂੰ ਦਿੰਦੇ ਹਾਂ, ਪਰ ਖਿਆਲ ਕਰਿਓ ਉਹਨਾਂ ਚੀਜ਼ਾਂ ਨੂੰ ਇੰਨਾ ਸਮਾਂ ਦੇਣ ਤੋਂ ਬਾਅਦ ਬੰਦਾ ਫਿਰ ਨਿਰਾਸ਼ ਦਾ ਨਿਰਾਸ਼। ਥੋੜਾ ਜਿਹਾ ਸਮਾਂ ਗੁਰੂ ਨੂੰ ਦੇ ਕੇ ਵੇਖੀਏ, ਵੇਖੋ ਜੀਵਨ ਦੇ ਅੰਦਰ ਆਨੰਦ ਕਿੰਨਾ ਬਣਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਆਖਰੀ ਨਾਮ ਆਖਰੀ ਸਾਲਾ। ਸਤਿਗੁਰ ਬੇਸ਼ੱਕ ਤੂੰ ਤੇਰੀ ਬਣਾਈ ਕੁਦਰਤ ਵਿੱਚ ਅਸੰਖਾਂ ਹੀ ਨੇ, ਗਿਣਤੀ ਤੋਂ ਪਰੇ ਹੈ। ਤੇ ਜੇ ਅਸੀਂ ਅਸੰਖ ਸ਼ਬਦ ਵੀ ਵਰਤਿਆ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖ ਕਹਿਣਾ ਵੀ ਸਿਰ ਤੇ ਭਾਰ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਆਖਰੀ ਨਾਮ। ਇਹ ਮੇਰੇ ਮਾਲਕ ਜੀ ਤੇਰੇ ਇਹ ਜਿਹੜੇ ਨਾਮ ਨੇ, ਨਾਮ ਹੈ ਤੇਰਾ ਜਿਹੜਾ, ਇੱਥੇ ਇੱਕ ਵਚਨ ਸ਼ਬਦ ਦੇ ਨਾਮ ਦਾ ਮਤਲਬ ਹੈ ਹੋਂਦ। ਸਤਿਗੁਰ ਜੇ ਤੇਰੀ ਹੋਂਦ ਨੂੰ, ਤੇਰੀ ਇਸ ਕੁਦਰਤ ਨੂੰ ਅਸੀਂ ਜਾਣਨਾ ਹੋਵੇ, ਉਹਦਾ ਵਰਣਨ ਕਰਨਾ ਹੋਵੇ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੇਸ਼ੱਕ ਉਹ ਗਿਣਤੀ ਤੋਂ ਪਰੇ ਹੈ, ਪਰ ਸਤਿਗੁਰ ਜੀ ਉਹ ਅੱਖਰਾਂ ਦੇ ਵਿੱਚ ਹੀ ਲਿਖੇ ਜਾਣਗੇ ਨਾ। ਦੇਖੋ ਸਾਧ ਸੰਗਤ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਿਸ ਵੇਲੇ ਬੰਦੇ ਦੀ ਹੋਂਦ ਸੰਸਾਰ ਤੇ ਆਈ, ਕਰੋੜਾਂ ਸਾਲ ਹਜ਼ਾਰਾਂ ਸਾਲ ਉਹ ਗਿਣਤੀ, ਉਹ ਸਮਾਂ ਕਿਸੇ ਨੂੰ ਅੱਜ ਤੱਕ ਪਤਾ ਨਹੀਂ। ਪਰ ਬੰਦੇ ਨੇ ਯਤਨ ਕੀਤਾ, ਉਹਨੇ ਬੋਲਣਾ ਸਿੱਖਿਆ, ਸ਼ਬਦਾਵਲੀ ਸਿੱਖੀ, ਲਿਖਣਾ ਸਿੱਖਿਆ। ਉਹਨੇ ਮਹਿਸੂਸ ਕੀਤਾ ਵੀ ਜਿੱਦਣ ਮੇਰੀ ਮੌਤ ਹੋ ਗਈ, ਮੇਰੇ ਤੋਂ ਬਾਅਦ ਜੋ ਕੁਝ ਮੇਰੇ ਕੋਲੋਂ ਸੀ, ਮੇਰੇ ਅੰਦਰ ਸੀ, ਉਹਨੂੰ ਮੈਂ ਕਿਸੇ ਤਰੀਕੇ ਨਾਲ ਲਿਖ ਕੇ ਆਪਣੇ ਤੋਂ ਬਾਅਦ ਦੀ ਜਨਰੇਸ਼ਨ ਨੂੰ ਦੇ ਕੇ ਜਾਵਾਂ। ਖਿਆਲ ਕਰਿਓ, ਇਹ ਅੱਖਰਾਂ ਦੇ ਨਾਲ ਅਸੀਂ ਪਰਮਾਤਮਾ ਦਾ ਨਾਮ ਜਪਨੇ ਆ। ਉਹਦਾ ਨਾਮ ਜਪਣ ਲਈ, ਉਹਦੇ ਗੁਣ ਗਾਣ ਲਈ, ਉਹਦੀ ਵਡਿਆਈ ਕਰਨ ਲਈ, ਉਹਦੇ ਨਾਮ ਨੂੰ ਸਮਝਣ ਦੇ ਲਈ ਸਾਹਿਬ ਕਹਿੰਦੇ ਨੇ ਅੱਖਰਾਂ ਦੀ ਜ਼ਰੂਰਤ ਹੈ। ਬੇਸ਼ੱਕ ਅੱਖਰਾਂ ਵਿੱਚ ਪਰਮਾਤਮਾ ਤੇਰੀ ਕੁਦਰਤ ਨੂੰ ਨਹੀਂ ਬੰਨਿਆ ਜਾ ਸਕਦਾ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਆਖਰੀ ਨਾਮ ਆਖਰੀ ਸਾਲਾ। ਤੇਰੀ ਸਲਾਹ ਵੀ, ਵਡਿਆਈ ਵੀ ਅੱਖਰਾਂ ਦੇ ਵਿੱਚ ਹੈ। ਹੁਣ ਸਾਧ ਸੰਗਤ, ਜੇ ਪਰਮਾਤਮਾ ਦੇ ਗੁਣ ਬਿਆਨ ਕਰਨੇ ਹੋਣ ਤੇ ਕਿਵੇਂ ਕਰਾਂਗੇ? ਉਹਦੇ ਲਈ ਅੱਖਰ ਤੇ ਚਾਹੀਦੇ ਨੇ, ਸ਼ਬਦਾਵਲੀ ਤੇ ਚਾਹੀਦੀ ਹੈ। ਉਹ ਸ਼ਬਦਾਵਲੀ ਅਸੀਂ ਸੰਸਾਰ ਵਿੱਚ ਆਪਣੀ ਸਹੂਲਤ ਲਈ ਘੜੀਏ। ਅਸੀਂ ਆਪਣੇ ਬੋਲ ਆਪਣੀ ਜਨਰੇਸ਼ਨ ਨੂੰ, ਆਪਣੇ ਤੋਂ ਦੂਜਿਆਂ ਨੂੰ, ਹੋਰ ਲੋਕਾਂ ਤੱਕ ਪਹੁੰਚਾਉਣ ਦੇ ਲਈ। ਪਰ ਸਤਿਗੁਰ ਕਹਿੰਦੇ ਨੇ ਪਰਮਾਤਮਾ ਦੀ ਕੁਦਰਤ ਸ਼ਬਦਾਂ ਵਿੱਚ ਬੰਨੀ ਨਹੀਂ ਜਾ ਸਕਦੀ। ਰੱਬ ਦੇ ਨਾਮ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਤੇ ਬੇਅੰਤ ਹੈ, ਪਰ ਸ਼ਬਦ ਸਾਡੀ ਸਹੂਲਤ ਲਈ ਨੇ, ਅੱਖਰ ਸਾਡੀ ਸਹੂਲਤ ਲਈ ਨੇ, ਸਾਡੇ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਨੇ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣਗਾ। ਅੱਖਰਾਂ ਦੇ ਨਾਲ ਰੱਬ ਜੀ ਤੇਰੇ ਗਿਆਨ, ਤੇਰੇ ਗੁਣਾਂ ਨੂੰ ਤੇ ਤੇਰੀਆਂ ਵਡਿਆਈਆਂ ਨੂੰ, ਗੁਣਾਂ ਨੂੰ ਗਾ ਗਾ ਦਾ ਮਤਲਬ ਹੁੰਦਾ ਹੈ ਇਸ ਸੰਸਾਰ, ਇਸ ਜਗਤ ਦੇ ਅੰਦਰ ਗੁਣਾਂ ਦੇ ਗਾਉਣ ਵਾਲੇ, ਗੁਣਾਂ ਦੇ ਵਾਕਿਫ ਜਿਹੜੇ ਨੇ, ਉਹ ਅੱਖਰਾਂ ਦੇ ਨਾਲ ਹੀ ਤੇਰੇ ਗੀਤ ਗਾਉਂਦੇ ਨੇ। ਉਹ ਅੱਖਰਾਂ ਦੇ ਨਾਲ ਤੇਰੀ ਵਡਿਆਈ ਕਰਦੇ ਨੇ, ਅੱਖਰਾਂ ਦੇ ਰਾਹੀਂ ਤੇਰੇ ਗੁਣ ਗਾਇਨ ਕਰਦੇ ਨੇ, ਅੱਖਰਾਂ ਦੇ ਨਾਲ ਤੇਰੇ ਗਿਆਨ ਦੇ ਭੰਡਾਰੇ ਨੂੰ ਹੋਰਨਾਂ ਤੱਕ ਪਹੁੰਚਾਉਂਦੇ ਨੇ। ਤੇ ਖਿਆਲ ਕਰਿਓ ਸਾਧ ਸੰਗਤ, ਜੇ ਅੱਖਰ ਨਾ ਹੋਣ, ਸੱਚ ਹੈ ਵੀ ਜੋ ਮੇਰੇ ਅੰਦਰ ਹੈ ਉਹ ਮੇਰੇ ਅੰਦਰ ਹੀ ਰਹਿ ਜਾਏ, ਜੋ ਤੁਹਾਡੇ ਅੰਦਰ ਹੈ ਤੁਹਾਡੇ। ਇਹ ਸੰਸਾਰ ਅੱਗੇ ਵਧ ਹੀ ਨਹੀਂ ਸਕਦਾ। ਹਰ ਇੱਕ ਬੰਦਾ ਜੇ ਸੋਚੇ ਵੀ ਸ਼ਬਦ ਹੈ ਹੀ ਨਹੀਂ, ਤੁਸੀਂ ਇਮੇਜਿਨ ਕਰਕੇ ਵੇਖੋ, ਆਪਣੇ ਜੀਵਨ ਦੇ ਵਿੱਚੋਂ ਸ਼ਬਦ ਨੂੰ ਬਾਹਰ ਕੱਢ ਦਿਓ, ਅੱਖਰਾਂ ਨੂੰ ਬਾਹਰ ਕੱਢ ਦਿਓ। ਇਸ ਸੰਸਾਰ ਅੱਜ ਵੀ ਉੱਥੇ ਹੀ ਹੋਣਾ ਸੀ ਜਿੱਥੋਂ ਸ਼ੁਰੂ ਹੋਇਆ ਸੀ। ਇਸ ਸੰਸਾਰ ਦੇ ਅੰਦਰ ਮਨੁੱਖ ਨੇ ਇੰਨਾ ਕੁਝ ਵਿਸਤਾਰ ਕੀਤਾ ਹੈ, ਇੰਨਾ ਕੁਝ ਬਣਾਇਆ ਹੈ, ਇੰਨਾ ਕੁਝ ਖੋਜਿਆ ਕੁਦਰਤ ਵਿੱਚੋਂ। ਇਹ ਖੋਜਿਆ ਹੀ ਸ਼ਬਦਾਂ ਦੇ, ਅੱਖਰਾਂ ਦੇ ਆਧਾਰ ਤੇ ਹੈ। ਜੋ ਅੱਜ ਖੋਜਿਆ ਗਿਆ ਉਹ ਲਿਖਿਆ ਗਿਆ। ਉਸੇ ਖੋਜ ਦੇ ਆਧਾਰ ਤੇ ਕੱਲ ਨੂੰ ਨਵੀਂ ਖੋਜ ਹੁੰਦੀ ਹੈ, ਉਸੇ ਖੋਜ ਦੇ ਆਧਾਰ ਤੇ ਪਰਸੋਂ ਨੂੰ ਹੋਰ ਨਵੀਂ ਖੋਜ ਹੁੰਦੀ ਹੈ। ਤੇ ਜੇ ਅੱਖਰ ਨਾ ਹੋਣ ਸਾਧ ਸੰਗਤ, ਜਿੱਥੋਂ ਜੀਵਨ ਆਰੰਭ ਹੋਇਆ ਸੀ ਕਰੋੜਾਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ, ਅੱਜ ਵੀ ਉੱਥੇ ਹੀ ਖੜਾ ਹੋਣਾ ਸੀ। ਬੰਦੇ ਦੇ ਜੀਵਨ ਅੰਦਰ ਕੋਈ ਤਬਦੀਲੀ ਨਹੀਂ ਸੀ ਆਣੀ। ਨਾ ਇਹ ਤਨ ਤੇ ਪਾਣ ਲਈ ਕੱਪੜੇ ਹੋਣੇ ਸਨ, ਨਾ ਇਹ ਸੁੱਖ ਸਹੂਲਤਾਂ ਹੋਣੀਆਂ ਸਨ, ਨਾ ਇਹ ਸਾਧਨ ਹੋਣੇ ਸਨ। ਬਸ ਬੰਦੇ ਦਾ ਜੀਵਨ ਸਿਰਫ ਖਾਣ ਪੀਣ ਤੇ ਮਰ ਜਾਣ ਤੱਕ ਸੀਮਤ ਹੋਣਾ ਸੀ। ਬਾਬਾ ਨਾਨਕ ਜੀ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ। ਇਹ ਮੇਰੇ ਮਾਲਕ ਜੀ ਅੱਖਰਾਂ ਨਾਲ ਹੀ
तेरे गुणां नूं लिखिया जांदा है। ਅੱਖਰਾਂ ਦੇ ਨਾਲ ਹੀ ਬਾਣ ਭਾਵ ਬਾਣੀ ਬਣਦੀ ਹੈ, ਸ਼ਬਦ ਬਣਦੇ ਨੇ, ਔਰ ਅੱਖਰਾਂ ਦੇ ਨਾਲ ਹੀ ਉਹਨਾਂ ਸ਼ਬਦਾਂ ਨੂੰ ਬੋਲਿਆ ਜਾਂਦਾ ਹੈ। ਇਹ ਅੱਖਰ ਨੇ ਸਾਧ ਸੰਗਤ। ਇਸੇ ਕਰਕੇ ਹਰ ਇੱਕ ਥਾਂ ਤੇ ਵਸਣ ਵਾਲੇ ਇਨਸਾਨ ਨੇ ਆਪਣੇ ਆਪਣੇ ਅਨੁਸਾਰ ਬੋਲੀ ਨੂੰ ਜਨਮ ਦਿੱਤਾ ਹੈ। ਵੇਖੋ, ਪੰਜਾਬ ਦੀ ਬੋਲੀ ਵੱਖਰੀ ਹੈ, ਹਿੰਦੁਸਤਾਨ ਦੇ ਕਿਤੇ ਵੇਖ ਲਓ। ਅਸੀਂ ਵਿਦੇਸ਼ਾਂ ਵਿੱਚ ਦੀ ਗੱਲ ਨਾ ਕਰੀਏ, ਅਸੀਂ ਸਿਰਫ ਇਸ ਖਿੱਤੇ ਦੀ ਗੱਲ ਕਰੀਏ ਜਿੱਥੇ ਅਸੀਂ ਰਹਿੰਦੇ ਹਾਂ। ਇੱਥੇ ਹਰ 2 ਕੋਸ ਤੇ ਬੋਲੀ ਬਦਲ ਜਾਂਦੀ ਹੈ। ਪੰਜਾਬ ਬੋਲੀ ਵੱਖਰੀ ਹੈ, ਹਰਿਆਣੇ ਦੀ ਬੋਲੀ ਵੱਖਰੀ ਹੈ, ਯੂਪੀ ਵਿੱਚ ਬੋਲੀ ਵੱਖਰੀ ਹੈ, ਉੜੀਸਾ ਚਲੇ ਜਾਓ ਵੱਖਰੀ ਹੈ, ਗੁਜਰਾਤ ਦੀ ਬੋਲੀ ਵੱਖਰੀ ਹੈ, ਕੇਰਲ ਦੀ ਬੋਲੀ ਵੱਖਰੀ ਹੈ। ਸਤਿਗੁਰ ਕਹਿੰਦੇ ਨੇ ਦੇਖੋ ਕਿਵੇਂ ਬੋਲੀਆਂ ਬਦਲਦੀਆਂ ਨੇ, ਸ਼ਬਦ ਬਦਲਦੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਅੱਖਰਾਂ ਦੇ ਨਾਲ ਹੀ ਬੰਦਾ ਆਪਣੇ ਬੋਲਾਂ ਨੂੰ, ਬਾਣੀ ਨੂੰ ਰੂਪ ਦਿੰਦਾ ਏ, ਸ਼ਬਦ ਬੋਲਦਾ ਏ। ਉਹਨਾਂ ਅੱਖਰਾਂ ਦੇ ਨਾਲ ਹੀ ਇਹ ਸ਼ਬਦਾਂ ਨੂੰ ਤਰਤੀਬ ਦੇ ਕੇ ਲਿਖਦਾ ਏ। ਸਤਿਗੁਰ ਕਹਿੰਦੇ ਨੇ ਅੱਖਰਾਂ ਦੇ ਨਾਲ ਹੀ ਇਹ ਸਾਰਾ ਪਸਾਰਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅੱਖਰਾਂ ਸਿਰ ਸੰਜੋਗ ਵਖਾਨ, ਅੱਖਰਾਂ ਦੇ ਰਾਹੀਂ, ਸਿਰ ਦਾ ਮਤਲਬ ਹੈ ਅੱਖਰਾਂ ਦੇ ਰਾਹੀਂ, ਸੰਜੋਗ ਦਾ ਮਤਲਬ ਹੁੰਦਾ ਹੈ ਮਿਲਾਪ, ਇੱਕ ਸੰਜੋਗ ਦਾ ਮਤਲਬ ਹੁੰਦਾ ਹੈ ਭਾਗ। ਪਾਤਸ਼ਾਹ ਕਹਿੰਦੇ ਨੇ ਅੱਖਰਾਂ ਦੇ ਨਾਲ ਹੀ ਇਹ ਜਿਹੜਾ ਕਿਹਾ ਜਾਂਦਾ ਹੈ ਨਾ ਵੀ ਬੰਦੇ ਦੇ ਭਾਗ ਲਿਖੇ ਗਏ। ਭਾਵ ਇਹਨਾਂ ਅੱਖਰਾਂ ਦੇ ਨਾਲ ਬੰਦਾ ਆਪਣੇ ਜੀਵਨ ਦੇ ਸੰਜੋਗ ਲਿਖਦਾ ਹੈ, ਆਪਣੇ ਜੀਵਨ ਦੇ ਕਰਮ ਲਿਖਦਾ ਹੈ। ਇਹਨੂੰ ਪਾਤਸ਼ਾਹ ਕਹਿੰਦੇ ਨੇ ਸਰੀਰ ਧਰਤੀ ਅੰਤਰ ਕਰਮ ਧਰਤੀ, ਸਰੀਰ ਜੁਗ ਅੰਤਰ ਜੋ ਬੀਜੈ ਸੋ ਖਾਤ। ਪਾਤਸ਼ਾਹ ਜੀ ਕਹਿੰਦੇ ਨੇ ਜਿਹਾ ਬੀਜੈ ਸੋ ਲੂਣੇ ਕਰਮਾ ਸੰਦੜਾ ਖੇਤ। ਇਹ ਅੱਖਰਾਂ ਨਾਲ ਹੀ ਜੋ ਬੋਲਿਆ ਹੈ ਉਹ ਮੇਰੇ ਜੀਵਨ ਵਿੱਚ ਲਿਖਿਆ ਗਿਆ ਹੈ। ਧਿਆਨ ਦੇਣਾ, ਉਹ ਸੰਸਾਰ ਦੇ ਸਾਹਮਣੇ ਪ੍ਰਗਟ ਹੋ ਗਿਆ। ਹੁਣ ਉਸ ਪ੍ਰਗਟ ਹੋਏ ਲਿਖੇ ਹੋਏ ਦੇ ਆਧਾਰ ਤੇ ਮੇਰਾ ਜੀਵਨ ਹੈ। ਚੰਗਾ ਲਿਖਿਆ ਤੇ ਲੋਕਾਂ ਦੀ ਨਿਗਾਹ ਵਿੱਚ ਚੰਗਾ ਹੋਵਾਂਗਾ, ਮਾੜਾ ਲਿਖਿਆ ਤੇ ਲੋਕਾਂ ਦੀ ਨਿਗਾਹ ਵਿੱਚ ਮਾੜਾ ਹੋਵਾਂਗਾ। ਪਰ ਇਹ ਅੱਖਰਾਂ ਦੇ ਆਧਾਰ ਤੇ ਹੈ। ਜੇ ਅੱਖਰ ਮਨਫੀ ਕਰ ਦਈਏ ਤੇ ਸਾਧ ਸੰਗਤ ਜੀ ਫਿਰ ਕੁਝ ਵੀ ਨਹੀਂ, ਫਿਰ ਬੰਦੇ ਦੀ ਪਾਇਆ ਕੁਝ ਵੀ ਨਹੀਂ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਕਰਤੇ ਪ੍ਰਮਾਤਮਾ ਨੇ ਇਹ ਅੱਖਰ ਲਿਖੇ ਨੇ, ਜਿਸ ਕਰਤੇ ਦੀ ਕਿਰਪਾ ਨਾਲ ਇਹ ਅੱਖਰ ਹੋਂਦ ਵਿੱਚ ਆਏ, ਤਿਸ ਸਿਰ ਨਾਹੀਂ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਲੇਖਾ ਹੈ ਇਹ ਉਸ ਪ੍ਰਮਾਤਮਾ ਦੇ ਸਿਰ ਤੇ ਨਹੀਂ, ਉਸ ਅਕਾਲ ਪੁਰਖ ਦੇ ਸਿਰ ਤੇ ਨਹੀਂ, ਮੱਥੇ ਤੇ ਨਹੀਂ, ਜਿਸ ਕਰਤੇ ਨੇ ਇਹਨਾਂ ਅੱਖਰਾਂ ਦੀ ਹੋਂਦ ਬੰਦੇ ਦੇ ਅੰਦਰ ਪ੍ਰਗਟ ਕੀਤੀ ਹੈ। ਬਾਬਾ ਨਾਨਕ ਜੀ ਕਹਿੰਦੇ ਨੇ ਇਹ ਲੇਖਾ ਪ੍ਰਮਾਤਮਾ ਤੇ ਨਹੀਂ, ਭਾਵ ਉਹਨੂੰ ਸ਼ਬਦਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਜੇ ਮੈਂ ਆਖਾਂ ਵੀ ਮੈਂ ਇੰਨਾ ਕੁਝ ਲਿਖ ਕੇ ਤੇ ਪੂਰਨ ਬਿਆਨ ਕਰ ਦਿੱਤਾ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਮੈਂ ਵਾਰ-ਵਾਰ ਬੇਨਤੀ ਕਰਨਾ। ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਤੋਂ ਬਾਅਦ ਇੱਕ ਬਚਨ ਲਿਖ ਦਿੰਦੇ ਨੇ, ਜਿੱਥੇ ਸਤਿਗੁਰ ਮੁੰਦਾਵਣੀ ਇਸ ਗ੍ਰੰਥ ਨੂੰ ਮੁੰਦਦੇ ਨੇ। ਉੱਥੇ ਪਾਤਸ਼ਾਹ ਜੀ ਲਿਖਦੇ ਨੇ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ। ਸਤਿਗੁਰ ਮੇਰੇ ਕੋਲ ਕੋਈ ਗੁਣ ਨਹੀਂ ਸੀ, ਪਰ ਤੇਰੇ ਕੀਤੇ ਹੋਏ ਨੂੰ ਮੈਂ ਜਾਣ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਮੈਂ ਪੂਰਨ ਤੌਰ ਤੇ ਬਿਆਨ ਕਰ ਲਿਆ। ਜਿਹੜਾ ਇਨਸਾਨ ਇਹ ਕਹਿੰਦਾ ਵੀ ਮੈਂ ਜਾਣ ਲਿਆ, ਪੂਰਨ ਤੌਰ ਤੇ ਜਾਣ ਲਿਆ, ਸਤਿਗੁਰ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ, ਉਹ ਮੂਰਖਾਂ ਨਾਲੋਂ ਵੀ ਵੱਡਾ ਮੂਰਖ ਹੈ ਜੇ ਮੰਨੇ ਨਾ ਹੀ ਨਾ, ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਤੋਂ, ਕੁਦਰਤ ਤੋਂ, ਗੁਣਾ ਤੋਂ ਬਾਹਰ ਹੋ ਗਏ। ਉਹ ਆਪਣੀ ਹਉਮੈ ਵਿੱਚ ਆ ਗਏ, ਹੰਕਾਰ ਵਿੱਚ ਆ ਗਏ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਸ ਕਰਤੇ ਨੇ ਇਹ ਸ਼ਬਦ, ਇਹ ਅੱਖਰ ਸਾਡੇ ਅੰਦਰ ਪ੍ਰਗਟ ਕੀਤੇ ਨੇ, ਉਹ ਪ੍ਰਮਾਤਮਾ ਨੂੰ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਬੰਨਿਆ ਜਾ ਸਕਦਾ, ਮੁਕੰਮਲ ਤੌਰ ਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਫਰਮਾਏ ਤਿਵ ਤਿਵ ਪਾਹੇ। ਸਤਿਗੁਰ ਕਹਿੰਦੇ ਨੇ ਜਿਵੇਂ ਜਿਵੇਂ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਫਰਮਾਨ ਹੁੰਦਾ ਹੈ, ਹੁਕਮ ਹੁੰਦਾ ਹੈ। ਫਰਮਾਏ ਦਾ ਮਤਲਬ ਹੈ ਹੁਕਮ, ਫਰਮਾਨ। ਫਰਮਾਨ ਤੇਰਾ ਸਿਰ ਹੈ ਉੱਪਰ, ਤੇਰਾ ਹੁਕਮ ਸਾਡੇ ਸਿਰ ਦੇ ਉੱਪਰ ਹੈ। ਸ਼ਬਦ ਫਰਮਾਨ ਫਾਰਸੀ ਦਾ ਹੈ, ਇਹਦਾ ਮਤਲਬ ਹੁਕਮ। ਹੁਕਮ ਦਾ ਮਤਲਬ ਹੈ ਉਸ ਪ੍ਰਮਾਤਮਾ ਦੀ ਰਜ਼ਾ, ਉਹਦਾ ਦਿੱਤਾ ਹੋਇਆ ਸੰਸਾਰ ਦੇ ਅੰਦਰ ਉਹ ਵਿਚਾਰ ਜਿਹਦੇ ਅੰਦਰ ਅਸੀਂ ਜੀਨੇ ਹਾਂ। ਪਾਤਸ਼ਾਹ ਕਹਿੰਦੇ ਨੇ ਜਿਵੇਂ ਫਰਮਾਏ ਤਿਵ ਤਿਵ ਪਾਹੇ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦਾ ਹੈ। ਭਾਵ ਜਿਵੇਂ ਉਹ ਉਹਦਾ ਹੁਕਮ ਹੁੰਦਾ ਹੈ, ਜਿਵੇਂ ਉਹਨੇ ਆਪਣੀ ਕੁਦਰਤ ਦੀ ਇੱਕ ਨਿਯਮਾਵਲੀ ਬਣਾਈ ਹੈ, ਉਸ ਨਿਯਮਾਵਲੀ ਦੇ ਮੁਤਾਬਿਕ ਇਹ ਬੰਦਾ ਆਪਣਾ ਜੀਵਨ ਜਿਉਂਦਾ ਹੈ। ਇਹਨੂੰ ਉਵੇਂ ਉਵੇਂ ਕਰਨਾ ਭਰਨਾ ਪੈਂਦਾ ਹੈ। ਜੇ ਚੰਗਾ ਬੀਜਦਾ ਇਸ ਜ਼ਮੀਨ ਦੇ ਅੰਦਰ, ਸਰੀਰ ਰੂਪੀ ਜ਼ਮੀਨ ਅੰਦਰ, ਇਹਨੂੰ ਚੰਗਾ ਮਿਲਦਾ ਹੈ।
ਜੇ ਮਾੜਾ ਬੀਜਦਾ ਤੈਨੂੰ ਮਾੜਾ ਮਿਲਦਾ ਹੈ। ਇਹਨੂੰ ਆਪਣੇ ਬੀਜੇ ਹੋਏ ਦੇ ਮੁਤਾਬਕ ਹੀ ਭੋਗਣਾ ਪੈਂਦਾ ਹੈ, ਕਰਨਾ ਪੈਂਦਾ ਹੈ। ਜੇਤਾ ਕੀਤਾ ਤੇਤਾ ਨਾਉ। ਸਤਿਗੁਰ ਜਿੰਨੀਆਂ ਥਾਵਾਂ ਤੂੰ ਕੀਤੀਆਂ ਨੇ, ਜੋ ਕੁਝ ਤੂੰ ਸਾਜਿਆ, ਜੋ ਕੁਝ ਤੂੰ ਬਣਾਇਆ, ਪੈਦਾ ਕੀਤਾ ਹੈ, ਇਹ ਸੰਸਾਰ ਤੇਤਾ ਨਾਉ। ਹੁਣ ਸਾਧ ਸੰਗਤ ਤੇ ਸ਼ਬਦ ਨਾਉ ਆ ਗਿਆ। ਅਸੰਖ ਨਾਲ ਸ਼ਬਦ ਸੀ ਨਾਮ, ਕਿਉਂਕਿ ਬਹੁਤੀਆਂ ਥਾਵਾਂ ਸੀ। ਇੱਥੇ ਸ਼ਬਦ ਆ ਗਿਆ ਤੇਤਾ ਨਾਉ, ਨਾਮ। ਪਰਮਾਤਮਾ ਜੀ ਜਿੰਨੀਆਂ ਥਾਵਾਂ ਤੂੰ ਬਣਾਈਆਂ ਨੇ ਅਕਾਲ ਪੁਰਖ ਜੀ, ਉਹਨਾਂ ਸਭ ਥਾਵਾਂ ਤੇ ਤੇਰਾ ਆਪਣਾ ਹੀ ਸਰੂਪ ਹੈ। ਤੂੰ ਆਪ ਉੱਥੇ ਮੌਜੂਦ ਹੈ ਹੁਕਮ ਰੂਪ ਵਿੱਚ। ਤੂੰ ਆਪ ਉੱਥੇ ਮੌਜੂਦ ਹੈ ਆਪਣੇ ਹੁਕਮ ਦੇ ਅੰਦਰ। ਪੂਰੀ ਸ੍ਰਿਸ਼ਟੀ ਨੂੰ ਤੂੰ ਬਣ ਕੇ ਰੱਖਿਆ ਹੈ। ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਜਿੱਥੇ ਕਿਤੇ ਸਤਿਗੁਰ ਜੀ ਕੋਈ ਚੀਜ਼ ਹੋਂਦ ਵਿੱਚ ਹੈ, ਉੱਥੇ ਤੂੰ ਆਪ ਮੌਜੂਦ ਹੈ। ਜਿੱਥੇ ਵੀ ਕੋਈ ਚੀਜ਼ ਹੈ, ਉੱਥੇ ਸਤਿਗੁਰ ਜੀ ਤੇਰੀ ਮੌਜੂਦਗੀ ਹੈ। ਇਸ ਕਰਕੇ ਪਾਤਸ਼ਾਹ ਇਹ ਧਰਤੀ, ਇਹਦੀ ਮੌਜੂਦਗੀ ਇਸ ਗੱਲ ਦੀ ਲਿਖਾਇਕ ਹੈ ਵੀ ਪ੍ਰਮਾਤਮਾ ਹੈ ਇੱਥੇ। ਜਿਦਨ ਇਹ ਧਰਤੀ ਨਹੀਂ ਹੋਏਗੀ, ਇਹ ਧਰਤੀ ਦੀ ਹੋਂਦ ਨਾ ਹੋਣਾ, ਇਸ ਗੱਲ ਦੀ ਲਿਖਾਇਕ ਹੋਗੀ ਪ੍ਰਮਾਤਮਾ ਨਹੀਂ ਹੈ। ਇਹ ਸਭ ਕੁਝ ਪਸਾਰਾ ਜੇਤਾ ਕੀਤਾ ਤੇਤਾ ਨਾਉ। ਸਭ ਜਗ੍ਹਾ ਤੇ ਉਹ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ। ਵਿਣ ਨਾਵੇਂ ਨਾਹੀ ਕੋ ਥਾਉ। ਉਹਦੇ ਨਾਮ ਤੋਂ ਬਿਨਾ, ਉਹਦੀ ਹੋਂਦ ਤੋਂ ਬਿਨਾ ਕੋਈ ਥਾਂ ਵੀ ਖਾਲੀ ਨਹੀਂ ਹੈ। ਉਹ ਹਰ ਇੱਕ ਥਾਂ ਤੇ ਮੌਜੂਦ ਹੈ। ਸਾਧ ਸੰਗਤ, ਅਸੀਂ ਬੜੇ ਯਤਨ ਕਰਨੇ ਆ ਸੰਸਾਰ ਦੇ ਅੰਦਰ। ਲੋਕਾਂ ਕੋਲੋਂ ਜਿਹੜੇ ਚੋਰ ਜਾਰ ਹਰਾਮਖੋਰ ਇਹੋ ਜਿਹੇ ਲੋਕ ਨੇ, ਜਿਨ੍ਹਾਂ ਦਾ ਜ਼ਿਕਰ ਸਤਿਗੁਰ ਨੇ ਪਿਛਲੀ ਪੌੜੀ ਵਿੱਚ ਕੀਤਾ ਹੈ। ਅਸੀਂ CCTV ਕੈਮਰੇ ਲਾ ਲਏ ਵੀ ਇਹ ਚੋਰ ਸਾਡੇ ਘਰ ਵਿੱਚ ਚੋਰੀ ਕਰਦੇ ਵੀ ਨੇ ਤੇ ਪਕੜੇ ਜਾਣ। ਅਸੀਂ ਬਹੁਤ ਸਾਧਨ ਅਪਣਾਏ, ਪਰ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਉਹਦੇ ਹੁਕਮ ਨੂੰ, ਨਿਆਂ ਨੂੰ ਸਮਝ ਲੈ, ਫਿਰ ਤੈਨੂੰ ਇਹ ਸਭ ਕੁਝ ਕਰਨ ਦੀ ਜ਼ਰੂਰਤ ਨਹੀਂ ਪਏਗੀ। ਕਮਾਲ ਦੀ ਗੱਲ ਹੈ ਸਾਧ ਸੰਗਤ। ਬੰਦੇ ਦੀ ਦੁਕਾਨ ਵਿੱਚ ਇੰਨਾ ਕੁਝ ਪਿਆ ਹੈ, ਸਮਝ ਵਿੱਚ ਆਂਦੀ ਉਹਨੂੰ ਡਰ ਹੈ ਕਿਤੇ ਚੋਰ ਚੋਰੀ ਨਾ ਕਰ ਲੈ ਜਾਏ। ਧਾਰਮਿਕ ਦੁਆਰਿਆਂ ਦੇ ਅੰਦਰ ਵੀ ਗੋਲਕਾਂ ਨੂੰ ਏਡੇ ਏਡੇ ਵੱਡੇ ਤਾਲੇ ਲਾਉਣ ਦੀ ਜ਼ਰੂਰਤ ਕਿਉਂ ਪਈ? ਇੱਥੇ ਤੇ ਧਰਮ ਦੀ ਸਿੱਖਿਆ ਦਿੱਤੀ ਜਾਂਦੀ, ਇੱਥੇ ਤੇ ਬੰਦੇ ਨੂੰ ਧਰਮੀ ਬਣਾਇਆ ਜਾਂਦਾ ਹੈ। ਪਰ ਧਿਆਨ ਦੇਣਾ, ਜਿੱਥੇ ਧਰਮੀ ਬਣਾਇਆ ਜਾਂਦਾ ਹੈ ਉੱਥੇ ਅਧਰਮੀ ਵੀ ਆਉਂਦੇ ਨੇ। ਉੱਥੇ ਐਸੇ ਲੋਕ ਵੀ ਆਉਂਦੇ ਨੇ ਜਿਹੜੇ ਪ੍ਰਮਾਤਮਾ ਦੇ ਗੁਣਾਂ ਤੋਂ ਮੁਨਕਰ ਨੇ। ਉਹਨਾਂ ਲਈ ਇਹ ਸਭ ਕੁਝ ਕੀਤਾ। ਇਸੇ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਹਨੂੰ ਸਮਝ ਆ ਗਈ ਉਹ ਕਹਿੰਦਾ ਸਤਿਗੁਰ ਜੇਤਾ ਕੀਤਾ ਤੇਤਾ ਨਾਉ। ਵਿਨ ਨਾਵੇਂ ਨਾਹੀ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ ਹੈ ਮੇਰੇ ਮਾਲਕ। ਤੇਰੀ ਬਣਾਈ ਇਸ ਕੁਦਰਤ ਦੀ ਅਸੀਂ ਕੀ ਵਿਚਾਰ ਕਰੀਏ। ਭਾਵ ਤੇਰੀ ਇਹ ਕੁਦਰਤ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ, ਕੋਈ ਥਾਂ ਨਹੀਂ। ਇਹ ਕਿਸੇ ਹੱਦ ਵਿੱਚ ਬੰਨ ਕੇ ਨਹੀਂ ਰੱਖਿਆ ਜਾ ਸਕਦਾ ਇਸ ਵਿਚਾਰ ਨੂੰ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ ਸਤਿਗੁਰੂ, ਮੈਂ ਇੱਕ ਵਾਰ ਵੀ ਤੇਰੀ ਕੁਦਰਤ ਤੋਂ ਬਲਿਹਾਰ ਨਹੀਂ ਜਾ ਸਕਦਾ, ਕੁਰਬਾਨ ਨਹੀਂ ਜਾ ਸਕਦਾ। ਇੰਨੀ ਬੇਅੰਤ ਹੈ। ਕਿਉਂਕਿ ਵਾਰਨੇ ਬਲਿਹਾਰਨੇ ਤਾਂ ਜਾਈਏ ਜਿਹਦੇ ਗੁਣਾਂ ਦਾ ਕੋਈ ਅੰਤ ਹੋਵੇ। ਜੋ ਤੁਧ ਭਾਵੇ ਸਾਈ ਪਲਿਕਾਰ ਹੈ ਮੇਰੇ ਮਾਲਕ। ਜੋ ਤੈਨੂੰ ਭਾਉਂਦਾ ਹੈ ਸਾਨੂੰ ਉਹ ਕਰਮ ਕਰਨ ਦੀ ਸੋਝੀ ਦਿਓ, ਸੀ ਉਹ ਕੰਮ ਕਰੀਏ। ਉਹ ਕਰਮ ਹੀ ਭਲੇ ਨੇ ਜੋ ਤੇਰੀ ਰਜ਼ਾ ਵਿੱਚ ਕੀਤੇ ਜਾਣ। ਤੂੰ ਸਦਾ ਸਲਾਮਤ ਨਿਰੰਕਾਰ ਹੈ ਕਰਦੇ ਮੇਰੇ ਮਾਲਕ। ਤੂੰ ਸਦਾ ਹੀ ਸਲਾਮਤ ਹੈ, ਤੂੰ ਸਦਾ ਹੀ ਇਸ ਸੰਸਾਰ ਦੇ ਅੰਦਰ ਸਥਿਰ ਹੈ। ਤੇਰੀ ਮੌਜੂਦਗੀ ਸਦਾ ਹੈ ਇਸ ਜਗਤ ਸੰਸਾਰ ਦੇ ਅੰਦਰ। हे ਮੇਰੇ ਮਾਲਕ, ਤੂੰ ਇਸ ਮਾਇਆ ਦੀ ਮੈਲ ਤੋਂ ਰਹਿਤ ਹੈ। ਜਦੋਂ ਤੂੰ ਆਪਣੇ ਜੀਵਾਂ ਤੇ ਕਿਰਪਾ ਕਰਦਾ ਹੈ, ਉਹਨਾਂ ਦੇ ਅੰਦਰ ਇਹ ਵਰਤਾਰਾ ਵਰਤਦਾ ਹੈ, ਉਹਨਾਂ ਨੂੰ ਸੂਝ ਪ੍ਰਾਪਤ ਹੁੰਦੀ ਹੈ। ਤੇ ਜਿਨ੍ਹਾਂ ਨੂੰ ਦਾਤਾਰ ਪਿਤਾ ਜੀ ਇਹ ਸੋਝੀ ਮਿਲਦੀ ਹੈ, ਉਹਨਾਂ ਦੇ ਜੀਵਨ ਅੰਦਰ ਤੇਰੇ ਬੇਅੰਤ ਤੇ ਅਨੰਤ ਗੁਣਾਂ ਦਾ ਪ੍ਰਗਾਸ਼ ਹੋ ਜਾਂਦਾ ਹੈ। ਉਹਨੂੰ ਫਿਰ ਸਤਿਗੁਰੂ ਜੀ ਤੁਹਾਡੇ ਗੁਣਾਂ ਦੇ ਅੰਦਰੋਂ ਇਸ ਬੇਅੰਤ ਪਸਾਰੇ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਔਰ ਉਹ ਸਦਾ ਫਿਰ ਤੁਹਾਡੇ ਅੰਮ੍ਰਿਤ ਨਾਮ ਤੋਂ ਇਸ ਕੁਦਰਤ ਨੂੰ ਵੇਖ ਕੇ ਇਹਦੇ ਤੋਂ ਵਾਰ ਨੇ ਬਲਿਹਾਰ ਨੇ ਲੱਖ ਬਰੀਆ ਲੱਖਾਂ ਵਾਰ ਤੁਹਾਡੇ ਤੋਂ ਕੁਰਬਾਨ ਤੇ ਬਲਿਹਾਰ ਜਾਂਦਾ ਹੈ। ਸਤਿਗੁਰ ਕਿਰਪਾ ਕਰਨ। ਇਹਨਾਂ 3 ਪੌੜੀਆਂ ਦੇ ਅੰਦਰ ਸਤਿਗੁਰ ਨੇ ਜਿਹੜੀ ਵਿਚਾਰ ਦਿੱਤੀ ਹੈ, ਸਭ ਰਹਿਮਤ ਕਰਨ, ਇਹਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।